ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 300 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਕੱਢਣਾ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਬਾਬਾ ਜੀ ਨਾਲ ਜੋ ਅਥਾਹ ਪਿਆਰ ਸੀ ਉਹ ਪਿਛਲੇਰੇ ਕਾਂਡਾਂ ਵਿੱਚ ਵਰਣਨ ਕੀਤਾ ਜਾ ਚੁੱਕਾ ਹੈ। ਸੋ ਸੰਤ ਬਾਬਾ ਕਰਤਾਰ ਸਿੰਘ ਜੀ ਹੋਰਾਂ ਨੇ ਬਾਬਾ ਜੀ ਨਾਲ ਸਲਾਹ ਕੀਤੀ ਕਿ ਸਿੱਖ ਕੌਮ ਵਿੱਚ ਪ੍ਰਚਾਰ ਦੀ ਬਹੁਤ ਘਾਟ ਹੈ। ਸੰਗਤ ਵਿੱਚ ਤੇ ਬੇਅੰਤ ਪ੍ਰੇਮ ਅਤੇ ਉਤਸ਼ਾਹ ਹੈ। ਕੇਵਲ ਸਤਿਗੁਰੂ ਜੀ ਦਾ ਸੰਦੇਸ਼ਾ ਉਹਨਾਂ ਤੱਕ ਪਹੁੰਚਾਉਣ ਦੀ ਲੋੜ ਹੈ। ਸੋ ਇਸ ਆਸ਼ੇ ਨੂੰ ਮੁੱਖ ਰੱਖ ਕੇ ਉਹਨਾਂ ਨੇ ਹਰ ਇਲਾਕੇ ਵਿੱਚ ਵੱਡੇ ਪੈਮਾਨੇ ਤੇ ਪਹਿਲਾਂ 10 ਦਿਨ ਪ੍ਰਚਾਰ ਉਪਰੰਤ ਸਾਰੇ ਇਲਾਕੇ ਦਾ ਰੂਟ ਬਣਾ ਕੇ ਵਿਸ਼ਾਲ ਨਗਰ ਕੀਰਤਨ ਕੱਢਣ ਦਾ ਆਪਣੇ ਪ੍ਰੋਗਰਾਮ ਜੋ ਬਣਾਇਆ ਹੋਇਆ ਸੀ ਉਸ ਤੋਂ ਬਾਬਾ ਜੀ ਨੂੰ ਜਾਣੂ ਕਰਵਾਇਆ ਤੇ ਬਾਬਾ ਜੀ ਦੇ ਸਹਿਯੋਗ ਲਈ ਬੇਨਤੀ ਕੀਤੀ। ਇਹ ਵੀ ਦੱਸਿਆ ਕਿ ਇਹ ਸਾਰੇ ਨਗਰ ਕੀਰਤਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਪਾਵਨ ਗੁਰਦੇਵ ਜੀ ਦੀ ਪਾਵਨ ਸ਼ਹੀਦੀ ਨੂੰ 300 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਹੋਣਗੇ। ਬਾਬਾ ਜੀ ਨੇ ਖਾਲਸਾ ਜੀ ਦੇ ਪ੍ਰੋਗਰਾਮ ਸੁਣ ਕੇ ਬਹੁਤ ਖੁਸ਼ੀ ਪ੍ਰਗਟਾਈ ਤੇ ਆਪਣੀ ਪੂਰੀ ਸਹਿਮਤੀ ਦਿੱਤੀ ਕਿ ਅਸੀਂ ਤਨ ਮਨ ਧਨ ਨਾਲ ਹਰ ਤਰ੍ਹਾਂ ਤੁਹਾਡੇ ਨਾਲ ਹਾਂ। ਸਾਡੇ ਜ਼ਿੰਮੇ ਜੋ ਵੀ ਸੇਵਾ ਲਾਓਗੇ ਅਸੀਂ ਉਸ ਨੂੰ ਪੂਰਾ ਕਰਨ ਦਾ ਯਤਨ ਕਰਾਂਗੇ। ਸੰਤ ਬਾਬਾ ਕਰਤਾਰ ਸਿੰਘ ਜੀ ਨੇ ਆਖਿਆ ਕਿ ਬਾਬਾ ਜੀ ਆਪ ਜੀ ਦੀ ਪ੍ਰਵਾਨਗੀ ਅਤੇ ਪਿਆਰ ਭਰੀ ਅਸੀਸ ਹੀ ਮੇਰੇ ਲਈ ਸਭ ਕੁਝ ਹੈ। ਖਾਲਸਾ ਜੀ ਨੇ ਸਾਰੇ ਜਥੇ ਦੇ ਨਾਲ ਹੋਰ ਚੰਗੇ ਚੰਗੇ ਰਾਗੀ ਢਾਡੀ ਕਵੀਸ਼ਰ ਲੈ ਕੇ ਦਿਨ ਰਾਤ ਕਰਕੇ ਗੁਰਸਿੱਖੀ ਪ੍ਰਚਾਰ ਦੇ ਬੀੜੇ ਨੂੰ ਆਰੰਭ ਕਰ ਦਿੱਤਾ। ਬਾਬਾ ਜੀ ਨੇ ਕਾਫੀ ਸਾਰੇ ਨਗਰ ਕੀਰਤਨਾਂ ਵਿੱਚ ਆਪ ਜਾ ਕੇ ਹਾਜ਼ਰੀ ਭਰੀ। ਇਸ ਉਲੀਕੇ ਪ੍ਰੋਗਰਾਮ ਤਹਿਤ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਵੀ 17 ਅਕਤੂਬਰ 1976 ਨੂੰ ਇੱਕ ਵਿਸ਼ਾਲ ਨਗਰ ਕੀਰਤਨ ਕੱਢਣ ਦਾ ਪ੍ਰੋਗਰਾਮ ਬਣਾਇਆ ਗਿਆ, ਜਿਸ ਦਾ ਰੂਟ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਗੜ੍ਹਦੀਵਾਲਾ, ਅੰਬਾਲਾ ਜੱਟਾਂ ਵਾਲੀ ਸੜਕ ਰਾਹੀਂ ਟਾਂਡਾ ਉੜਮੁੜ, ਦਸੂਹੇ ਤੋਂ ਮਿਆਣੇ ਤੋਂ ਫਿਰ ਟਾਂਡੇ ਹੋ ਕੇ ਸੀਕਰੀ ਭੂੰਗਾ ਤੇ ਵਾਪਸ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੋਣਾ ਸੀ। ਇਹ ਤਕਰੀਬਨ 50 ਮੀਲ ਦਾ ਰੂਟ ਬਣ ਜਾਂਦਾ ਸੀ। ਮਿੱਥੇ ਦਿਨ ਤੋਂ ਕਰੀਬਨ 1 ਮਹੀਨਾ ਪਹਿਲਾਂ ਹੀ ਤਿਆਰੀ ਆਰੰਭ ਕਰ ਦਿੱਤੀ ਗਈ। ਬਾਬਾ ਜੀ ਨੇ ਸੰਗਤ ਦੀ ਇਕੱਤਰਤਾ ਸਦਕੇ ਡਿਊਟੀਆਂ ਲਾ ਦਿੱਤੀਆਂ। ਪਿੰਡਾਂ ਵਿੱਚ ਸੰਗਤਾਂ ਨੂੰ ਸੂਚਿਤ ਕਰਨ ਅਤੇ ਗੁਰਮਤਿ ਪ੍ਰਚਾਰ ਲਈ ਦੀਵਾਨ ਸੱਜਣੇ ਆਰੰਭ ਹੋ ਗਏ। ਜਿਹੋ ਜਿਹੀ ਕਿਸੇ ਦੇ ਜਿੰਮੇ ਡਿਊਟੀ ਲਾਈ ਗਈ ਉਹ ਉਸ ਨੂੰ ਨਿਭਾਉਣ ਲਈ ਤਤਪਰ ਹੋ ਗਿਆ। 14 ਅਕਤੂਬਰ 1976 ਨੂੰ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਬੜੇ ਉਤਸ਼ਾਹ ਸਹਿਤ ਆਪਣੇ ਸਾਰੇ ਜਥੇ ਸਮੇਤ ਪੁੱਜ ਗਏ। ਆਪ ਜੀ ਨੇ ਸਾਰੇ ਇਲਾਕੇ 'ਚ ਇੱਕ ਦਿਨ ਵਿੱਚ 3-3 4-4 ਥਾਵਾਂ ਤੇ ਦੀਵਾਨ ਸਜਾ ਕੇ ਗੁਰੂ ਕੀ ਬਾਣੀ ਦੀ ਕਥਾ ਰਾਹੀਂ ਅੰਮ੍ਰਿਤ ਦੀ ਵਰਖਾ ਕੀਤੀ। ਗੁਰਦੇਵ ਨਵੇਂ ਪਾਤਸ਼ਾਹ ਜੀ ਦੇ ਮਹਾਨ ਪਰਉਪਕਾਰਾਂ ਤੋਂ ਸੰਗਤ ਨੂੰ ਜਾਣੂ ਕਰਵਾਇਆ, ਜਿਸ ਨਾਲ ਸੰਗਤਾਂ ਵਿੱਚ ਹੋਰ ਵੀ ਉਤਸ਼ਾਹ ਪੈਦਾ ਹੋ ਗਿਆ। ਸੰਗਤਾਂ 16 ਅਕਤੂਬਰ ਸ਼ਾਮ ਨੂੰ ਹੀ ਟਰੱਕਾਂ, ਟਰੈਕਟਰ, ਟਰਾਲੀਆਂ ਤੇ ਪੁੱਜਣੀਆਂ ਸ਼ੁਰੂ ਹੋ ਗਈਆਂ। ਇਸ ਤਰ੍ਹਾਂ ਰਾਤ ਤੱਕ ਬੇਅੰਤ ਸੰਗਤ ਗੁਰਦੁਆਰਾ ਰਾਮਪੁਰ ਖੇੜਾ ਪੁੱਜ ਗਈ। ਅਗਲੇ ਦਿਨ ਪੂਰੇ 7 ਵਜੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸਾ ਸੋਧ ਕੇ ਮਹਾਰਾਜ ਜੀ ਦਾ ਸਵਾਰਾ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਦੀ ਮਿੰਨੀ ਬੱਸ, ਜਿਸ ਉੱਪਰ ਰਾਤ ਨੂੰ ਹੀ ਪਾਲਕੀ ਸਜਾ ਕੇ ਕੱਪੜੇ ਨਾਲ ਢੱਕ ਦਿੱਤਾ ਸੀ, ਉਸ ਉੱਪਰ ਉੱਥੇ ਪਾਲਕੀ ਵਿੱਚ ਕਰ ਦਿੱਤਾ। ਬੱਸ ਨੂੰ ਰੰਗ ਬਰੰਗੇ ਫੁੱਲਾਂ ਦੇ ਹਾਰਾਂ ਨਾਲ ਸਜਾਇਆ ਹੋਇਆ ਸੀ। ਤਕਰੀਬਨ 7:15 ਵਜੇ ਬੜੀ ਸੱਜ ਧੱਜ ਤੇ ਪੂਰੀ ਸ਼ਾਨੋ ਸ਼ੌਕਤ ਨਾਲ ਇਹ ਮਹਾਨ ਨਗਰ ਕੀਰਤਨ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਚਾਲੇ ਪਾ ਦਿੱਤੇ। ਨਗਰ ਕੀਰਤਨ ਦੀ ਵਿਉਂਤਬੰਦੀ ਇਸ ਪ੍ਰਕਾਰ ਕੀਤੀ ਗਈ ਕਿ ਸਭ ਤੋਂ ਅੱਗੇ 2 ਟੈਂਪੂਆਂ ਵਿੱਚ ਢਾਡੀ ਅਤੇ ਕਵੀਸ਼ਰ ਜਥਾ ਤੋਰਿਆ ਗਿਆ, ਜੋ 2 ਥਾਵਾਂ ਤੇ ਸੰਗਤ ਨੂੰ ਨਗਰ ਕੀਰਤਨ ਪੁੱਜਣ ਤੱਕ ਗੁਰ ਇਤਿਹਾਸ ਸਰਵਣ ਕਰਾਉਂਦਾ। ਜਦ ਨਗਰ ਕੀਰਤਨ ਉਸ ਪੜਾਅ ਦੇ ਜਿੱਥੇ ਇਹ ਢਾਡੀ ਜਾਂ ਕਵੀਸ਼ਰੀ ਦੀਵਾਨ ਸਜਿਆ ਹੁੰਦਾ ਨੇੜੇ ਆ ਜਾਂਦਾ, ਤਦ ਇਹ ਜਥਾ ਸੰਗਤਾਂ ਨੂੰ ਫਤਿਹ ਬੁਲਾ ਕੇ ਅਗਲੇ ਨਗਰ ਦੀ ਸੰਗਤ ਦੇ ਜਾ ਦਰਸ਼ਨ ਕਰਦਾ। ਪਿੱਛੇ 70-80 ਮੋਟਰਸਾਈਕਲ ਅਤੇ ਸਕੂਟਰ ਸਵਾਰ ਆਪੋ ਆਪਣੇ ਸਕੂਟਰਾਂ ਤੇ ਕੇਸਰੀ ਝੰਡੇ ਲਾਈ ਮੂਹਰੇ ਚੱਲ ਰਹੇ ਹੁੰਦੇ। ਇਹਨਾਂ ਤੋਂ ਪਿੱਛੇ 5 ਪਿਆਰੇ ਕੇਸਰੀ ਵਸਤਰ ਪਹਿਨੀ ਹੱਥਾਂ ਵਿੱਚ ਸ੍ਰੀ ਸਾਹਿਬ ਲਈ ਖੁੱਲੇ ਟੈਂਪੂ ਵਿੱਚ ਸਤਿਗੁਰੂ ਜੀ ਦੇ ਅਦਬ ਵਿੱਚ ਚੱਲ ਰਹੇ ਸਨ। ਇਸ ਟੈਂਪੂ ਤੋਂ ਪਿੱਛੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਵਾਰੇ ਵਾਲੀ ਮਿੰਨੀ ਬੱਸ ਸੀ। ਸਤਿਗੁਰੂ ਜੀ ਦੀ ਅਰਦਲ ਵਿੱਚ ਖਾਲਸਾ ਜੀ ਖੜੋ ਕੇ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ। ਇਸ ਬੱਸ ਤੋਂ ਪਿੱਛੇ 20 ਦੇ ਕਰੀਬਨ ਕਾਰਾਂ ਸਨ, ਫਿਰ 15 ਦੇ ਕਰੀਬਨ ਹੋਰ ਬੱਸਾਂ ਸਨ। ਬੱਸਾਂ ਤੋਂ ਬਾਅਦ ਸੰਗਤਾਂ ਨਾਲ ਭਰੇ 80-85 ਦੇ ਕਰੀਬਨ ਟਰੱਕ ਸਨ। ਇਹਨਾਂ ਟਰੱਕਾਂ ਤੋਂ ਪਿੱਛੇ 150-200 ਦੇ ਕਰੀਬਨ ਟਰੈਕਟਰ ਟਰਾਲੀਆਂ ਸਨ। ਇੰਜ ਕਹਿ ਲਈਏ ਕਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਪਕਾਰਾਂ ਨੂੰ ਯਾਦ ਕਰਦਾ ਇਹ ਜਨ ਸਮੂਹ ਦਾ ਇੱਕ ਸਮੁੰਦਰ ਸੀ। ਨਜ਼ਾਰਾ ਬਹੁਤ ਹੀ ਅਲੌਕਿਕ ਸੀ। ਨਗਰ ਕੀਰਤਨ ਦਾ ਅਗਲਾ ਹਿੱਸਾ ਦਸੂਹੇ ਪੁੱਜ ਚੁੱਕਾ ਸੀ, ਜਦ ਕਿ ਪਿਛਲਾ ਹਿੱਸਾ ਅਜੇ ਟਾਂਡੇ ਤੋਂ ਪਿੱਛੇ ਲਿੰਕ ਰੋਡ ਉੱਪਰ ਹਰਸੀ ਪਿੰਡ ਹੀ ਪੁੱਜਾ ਸੀ। ਹਵਾਈ ਜਹਾਜ਼ ਰਾਹੀਂ ਸਾਰੇ ਨਗਰ ਕੀਰਤਨ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਦੁਪਹਿਰ ਦੇ ਲੰਗਰ ਦੀ ਸੇਵਾ ਚੌਧਰੀ ਲੱਖੀ ਸਿੰਘ ਅਤੇ ਮਿਆਣੀ ਦੇ ਇਲਾਕੇ ਦੀਆਂ ਸੰਗਤਾਂ ਨੇ ਬੜੇ ਪਿਆਰ ਨਾਲ ਕੀਤੀ। ਸੰਗਤਾਂ ਲੰਗਰ ਛਕ ਕੇ ਆਨੰਦਿਤ ਹੋਈਆਂ। ਖਾਲਸਾ ਜੀ ਉੱਪਰ ਤਾਂ ਸਤਿਗੁਰੂ ਜੀ ਦੀ ਬੇਅੰਤ ਹੀ ਬਖਸ਼ਿਸ਼ ਸੀ।
ਸਵੇਰੇ 7 ਵਜੇ ਜਲ ਪਾਣੀ ਛਕ ਕੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਚੌਰ ਸਾਹਿਬ ਲੈ ਕੇ ਖੜੋ ਗਏ। ਹਰ ਪੜਾਅ ਉੱਪਰ ਕਾਫੀ ਸਮਾਂ ਸੰਗਤਾਂ ਨੂੰ ਗੁਰ ਉਪਦੇਸ਼ ਦ੍ਰਿੜ ਕਰਵਾਇਆ। ਅੰਮ੍ਰਿਤ ਛਕਣ, ਕੇਸ ਦਾੜੀ ਰੱਖਣ, ਨਸ਼ੇ ਛੱਡਣ ਅਤੇ ਗੁਰਮਤ ਦੇ ਦ੍ਰਿੜ ਧਾਰਨੀ ਬਣਨ ਵਾਸਤੇ ਵਿਸ਼ੇਸ਼ ਪ੍ਰੇਰਨਾ ਦਿੱਤੀ। ਗੁਰੂ ਉਪਦੇਸ਼ ਨੂੰ ਦ੍ਰਿੜ ਕਰਵਾਉਣ ਉਪਰੰਤ ਇਹ ਦੋਹਰੇ ਬੜੀ ਉੱਚੀ ਤੇ ਪ੍ਰਭਾਵਸ਼ਾਲੀ ਦਰਦ ਭਰੀ ਸੁਰ ਵਿੱਚ ਸੰਤ ਕਰਤਾਰ ਸਿੰਘ ਜੀ ਆਪ ਮੂਹਰੇ ਪੜ੍ਹਦੇ ਤੇ ਪਿੱਛੇ ਸੰਗਤਾਂ ਪਾਸੋਂ ਪੜ੍ਹਾਉਂਦੇ। ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ। ਅਤੇ ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋੜੀਐ, ਬਾਹੇ ਜਿਨ੍ਹਾਂ ਦੀ ਪਕੜੀਐ, ਸਿਰ ਦੀਜੇ ਬਾਹੇ ਨਾ ਛੋੜੀਏ। ਅਤੇ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਅਖੀਰ ਜਦ ਇਹ ਨਗਰ ਕੀਰਤਨ ਰਾਤ 8:30 ਵਜੇ ਗੁਰਦੁਆਰਾ ਰਾਮਪੁਰ ਖੇੜਾ ਵਾਪਸ ਪੁੱਜਿਆ, ਤਦ ਸਮਾਪਤੀ ਦੀ ਅਰਦਾਸ ਕਰਕੇ ਫਿਰ ਹੀ ਖਾਲਸਾ ਜੀ ਨੇ ਕੁਝ ਜਲ ਪਾਣੀ ਤੇ ਪ੍ਰਸ਼ਾਦ ਛਕਿਆ। ਜਿੰਨੇ ਵੀ ਪਿੰਡ ਨਗਰ ਕੀਰਤਨ ਦੇ ਰਸਤੇ ਵਿੱਚ ਆਏ, ਸਭ ਸੰਗਤਾਂ ਨੇ ਆਪੋ ਆਪਣੇ ਪਿੰਡਾਂ ਵਿੱਚ ਸਤਿਗੁਰੂ ਜੀ ਦੇ ਸਵਾਗਤ ਲਈ 3-3, 4-4 ਗੇਟ ਬਣਾਏ ਹੋਏ ਸਨ। ਇੱਥੇ ਹੀ ਬਸ ਨਹੀਂ, ਨਗਰ ਕੀਰਤਨ ਦੇ ਰੂਟ ਤੋਂ ਹਟਵੇਂ ਪਿੰਡਾਂ ਦੀਆਂ ਸੰਗਤਾਂ ਨੇ ਵੀ ਨਗਰ ਕੀਰਤਨ ਦੇ ਸਵਾਗਤ ਅਤੇ ਸੇਵਾ ਲਈ ਨਗਰ ਕੀਰਤਨ ਮਾਰਗ ਤੇ ਯੋਗ ਥਾਂ ਚੁਣ ਕੇ ਗੇਟ ਆਦਿਕ ਬਣਾਏ ਹੋਏ ਸਨ। ਬੱਚੇ, ਬੀਬੀਆਂ, ਸਿੰਘ ਸਿੰਘਣੀਆਂ ਘੰਟਿਆਂ ਬੱਧੀ ਸ਼ਬਦ ਪੜ੍ਹਦੇ ਨਗਰ ਕੀਰਤਨ ਦੀ ਇੰਤਜ਼ਾਰ ਕਰਦੇ ਬੜੇ ਪਿਆਰ ਵਿੱਚ ਖੜੇ ਹੁੰਦੇ। ਇਸ ਔਖੇ ਸਮੇਂ ਜਦ ਦੇਸ਼ ਵਿੱਚ ਐਮਰਜੈਂਸੀ ਲੱਗੀ ਹੋਣ ਕਰਕੇ ਕੋਈ ਆਪਣੀ ਜ਼ੁਬਾਨ ਵੀ ਨਹੀਂ ਸੀ ਖੋਲ੍ਹ ਸਕਦਾ, ਐਸੇ ਸਮੇਂ ਸੰਤ ਕਰਤਾਰ ਸਿੰਘ ਜੀ ਖਾਲਸਾ ਨੇ 37 ਮਹਾਨ ਨਗਰ ਕੀਰਤਨ ਕੱਢ ਕੇ ਕੌਮ ਨੂੰ ਜਾਗਰਤ ਕੀਤਾ। ਭਾਵੇਂ ਬਾਬਾ ਜੀ ਦੀ ਵਡੇਰੀ ਆਜੂ ਸੀ, ਪਰ ਬਾਬਾ ਜੀ ਨੇ ਖਾਲਸਾ ਜੀ ਵੱਲੋਂ ਆਰੰਭੇ ਇਸ ਵਿਸ਼ਾਲ ਪ੍ਰਚਾਰ ਪ੍ਰੋਗਰਾਮ ਵਿੱਚ ਤਨ ਮਨ ਧਰ ਕਰਕੇ ਪੂਰਾ ਯੋਗਦਾਨ ਪਾਇਆ।